अस्सलाम वालेकुम दोस्तों। मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਤੇ ਦੋਸਤੋ ਅੱਜ ਮੈਂ ਆਪਣੇ ਕਿਸਾਨ ਭਾਈਆਂ ਨੂੰ ਦੱਸਣ ਲੱਗਿਆ ਜੇ ਇਹ ਮੱਕੀ ਚੈੱਕ ਕਰੋ ਜੀ। ਇਹ 6 ਕਿੱਲੇ ਦਾ ਪਲਾਟ ਲਗਾਇਆ ਸੀ ਮੇਰੇ ਕਜ਼ਨ ਨੇ। ਰਾਤ ਨੂੰ ਇਹਨੂੰ ਡਿਸਕਾਂ ਫੇਰ ਦਿੱਤੀਆਂ ਨੇ ਤੇ ਹੁਣ ਹਲ ਫੇਰਦਾ ਪਿਆ ਹੈ। ਤੇ ਸਵੇਰ ਹੀ ਮੈਨੂੰ ਪਤਾ ਚੱਲਿਆ ਵੀ ਉਹਨਾਂ ਮੱਕੀ ਵਾਹ ਦਿੱਤੀ ਹੈ। ਤੇ ਮੈਂ ਆਪਣੇ ਕਜ਼ਨ ਨਾਲ ਗੱਲ ਕਰਾਂਗਾ। ਟਰੈਕਟਰ ਨੂੰ ਵਾਪਸੀ ਲਿਆਂਦਾ ਹੈ ਤਾਂ ਫੇਰਾ ਲੈ ਗਿਆ दूसरी साइड ਤੇ ਉਹਦੇ ਕੋਲ ਪੁੱਛਣਾ ਇਹ ਕੀ ਮਾਮਲਾ ਹੋਇਆ ਹੈ। ਤੇ ਦੋਸਤੋ ਆ ਚੈੱਕ ਕਰ ਲਓ, ਇਤਨਾ ਬੜਾ ਸਾਈਜ਼ ਸੀ। ਇਹਦੇ ਵਿੱਚ ਬੀਜ ਦਾ ਖਰਚਾ, ਲਗਵਾਈ, ਮਜ਼ਦੂਰੀ ਜਿਹੜੀ ਪੇ ਕੀਤੀ ਹੈ, ਖਾਦਾਂ ਲਗਾਈਆਂ DAP ਵਗੈਰਾ, ਪਾਣੀ ਲਗਾਇਆ ਹੈ, ਟਰੈਕਟਰ ਦਾ ਡੀਜ਼ਲ ਦਾ ਖਰਚਾ ਤੇ ਕਾਫੀ ਖਰਚੇ ਕਰਨ ਤੋਂ ਬਾਅਦ ਮੱਕੀ ਨੂੰ ਉਸਨੇ ਕਿਉਂ ਵਾਇਆ ਹੈ ਇਹ ਮਾਲੂਮਾਤ ਲੈਣੇ ਹੈ। ਹੋ ਸਕਦਾ ਬੀਜ ਦਾ ਪ੍ਰੋਬਲਮ ਹੋਵੇ, ਜਰਮੀਨੇਸ਼ਨ ਘੱਟ ਹੋਈ ਹੋਵੇ। ਜੇਕਰ ਦੋਸਤੋ ਬੀਜ ਕਿਸਾਨ ਨੂੰ ਠੀਕ ਨਹੀਂ ਮਿਲਦਾ ਤੇ ਉਹਦੀ ਫਸਲ ਵੀ ਅੱਛੀ ਨਹੀਂ ਹੋਵੇਗੀ ਤੇ ਉਹਦਾ ਅਸਰ ਕਿਸਾਨ ਤੇ ਜਾਵੇਗਾ, ਕਿਉਂਕਿ ਕਿਸਾਨ ਪਹਿਲੇ ਹੀ ਮਾੜਾ ਹੈ। ਕਿਸਾਨ ਦਾ ਹਾਲ ਬਹੁਤ ਭੈੜਾ ਹੈ। ਜਿਸ ਤਰੀਕੇ ਕਿਸਾਨ ਭਾਈਆਂ ਨੂੰ ਪਤਾ ਹੈ ਵੀ ਆਲੂ ਦਾ ਰੇਟ ਬਹੁਤ ਹੀ ਥੋੜਾ ਮਿਲਿਆ ਕਿਸਾਨਾਂ ਨੂੰ, ਖਰਚੇ ਵੱਧ ਗਏ ਨੇ, ਡਬਲ ਖਰਚੇ ਹੋ ਗਏ ਨੇ। ਉਸੇ ਤਰੀਕੇ ਜਿਤਨੀਆਂ ਵੀ ਕੰਪਨੀਆਂ ਹੈਗੀਆਂ ਨੇ ਉਹ ਜਨਾਬ ਚੰਦ ਕੰਪਨੀਆਂ ਤਾਂ ਅੱਛਾ ਬੀਜ ਦਿੰਦੀਆਂ ਨੇ, ਲੇਕਿਨ ਉਸ ਕੰਪਨੀਆਂ ਨੂੰ 2 ਨੰਬਰ ਜਿਹੜੇ ਬੰਦੇ ਹੈਗੇ ਨੇ, 2 ਨੰਬਰ ਤਾਜਰ ਧੋਖੇਬਾਜ਼, ਉਹਨਾਂ ਦੀ ਜੈਲੀ ਪੈਕਿੰਗ ਕਰਕੇ ਉਸੇ ਦੇ ਨਾਮ ਤੇ ਥੈਲਿਆਂ ਦੇ ਉੱਪਰ ਨਾਮ ਲਿਖਾ ਲੈਂਦੇ ਨੇ ਵੀ ਆ ਫਲਾਂ ਜੀ ਵੀ ਆ ਫਲਾਂ ਵੀ ਹੈ, ਲੇਕਿਨ ਉਹਦੇ ਵਿੱਚ ਜਿਹੜਾ ਸੀਡ ਹੁੰਦਾ ਹੈ ਉਹ ਲੋਕਲ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਜਰਮੀਨੇਸ਼ਨ ਵੀ ਘੱਟ ਹੋ ਸਕਦੀ ਹੈ, ਝਾੜ ਵੀ ਘੱਟ ਆ ਸਕਦਾ ਹੈ। ਤੇ ਇਹਦਾ ਜਿਹੜਾ ਨੁਕਸਾਨ ਹੈ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਹੋਵੇਗਾ। ਤੇ ਅਗਰ ਕਿਸਾਨ ਦਾ ਪਹਿਲੇ ਮਾੜਾ ਹਾਲ ਹੈ, ਜਿਸ ਤਰੀਕੇ ਸਾਰੇ ਦੋਸਤਾਂ ਨੂੰ ਪਤਾ ਚੱਲਿਆ ਹੋਵੇਗਾ, ਆਲੂ ਦੀ ਵਜ੍ਹਾ ਨਾਲ ਜ਼ਮੀਨਾਂ ਦੇ ਠੇਕੇ ਵੱਧ ਗਏ ਨੇ, ਡੀਜ਼ਲ ਦੇ ਖਰਚੇ ਵੱਧ ਗਏ ਨੇ, ਟਰੈਕਟਰਾਂ ਦੀ ਕੀਮਤਾਂ ਵੱਧ ਗਈਆਂ ਨੇ, ਜ਼ਰਾਈ ਹਾਲਾਤ ਮਹਿੰਗੇ ਹੋ ਗਏ ਨੇ। ਤੇ ਪਹਿਲੇ ਖਾਦ ਦੇ ਬਾਰੇ ਦੱਸਦੇ ਸਨ ਵੀ DAP 2 ਨੰਬਰ ਆਉਂਦੀ ਪਈ ਹੈ। ਅਗਰ DAP 2 ਨੰਬਰ ਲੱਭੇ ਤੇ 10,000 ਦੀ ਬੋਰੀ ਹੈ ਤੇ ਕਿਸਾਨ ਤਾਂ 10,000 ਪੈ ਗਿਆ ਤੇ ਫਿਰ ਉਹਦੀ ਫਸਲ ਵੀ ਅੱਛੀ ਨਹੀਂ ਹੋਣੀ, ਉਹ ਵੀ ਨੁਕਸਾਨ ਹੈ। ਉਸੇ ਤਰੀਕੇ ਅਗਰ ਸੀਡ 2 ਨੰਬਰ ਲੱਭਦਾ ਕਿਸੇ ਵੀ ਚੀਜ਼ ਦਾ ਫਸਲ ਦਾ, ਖਾਦ ਤੁਹਾਨੂੰ ਮੂੰਜੀ ਦਾ 2 ਨੰਬਰ ਲੱਭ ਜਾਵੇ ਜਾਂ ਮਕਈ ਦਾ ਲੱਭ ਜਾਵੇ ਤੇ ਕਣਕ ਦਾ ਤਾਂ ਗੁਜ਼ਾਰਾ ਕਰਾ ਜਾਂਦਾ ਹੈ, ਲੇਕਿਨ ਇਹਨਾਂ ਚੀਜ਼ਾਂ ਦਾ ਹਾਈਬ੍ਰਿਡ ਜਿਹੜੇ ਸੀਡ ਹੈਗੇ ਨੇ ਇਹ ਗੁਜ਼ਾਰਾ ਨਹੀਂ ਕਰਾਉਂਦੇ, ਇਹ ਕਿਸਾਨ ਦੀ ਕਮਰ ਤੋੜ ਦਿੰਦੇ ਨੇ। ਤੇ ਆਓ ਹੁਣ ਮੈਂ ਤੁਹਾਨੂੰ ਪੁੱਛ ਕੇ ਦੱਸਣਾ, ਗੱਲ ਕਰਨੀ ਹੈ ਆਪਣੇ ਕਜ਼ਨ ਨਾਲ ਵੀ ਇਹ ਕੀ ਮਸਲਾ ਹੋਇਆ ਹੈ। ਆਓ ਚਲੀਏ ਦੋਸਤੋ, ਇਹ ਚੈੱਕ ਕਰੋ ਜੀ, ਇਹ ਪੌਦੇ ਖੜੇ ਹੈਗੇ ਨੇ, ਇਹ ਵੇਖ ਲਓ, ਇਹ ਚੈੱਕ ਕਰੋ, ਇਹ ਵੇਖ ਲਓ ਤੁਹਾਡੇ ਸਾਹਮਣੇ। ਤੇ ਆਪਾਂ ਜਾਂਦੇ ਹਾਂ ਆਪਣੇ ਕਜ਼ਨ ਕੋਲ, 385 ਟਰੈਕਟਰ ਹੈ। अस्सलाम वालेकुम ज़फ़र भाई, की हाल ने? तबीयत ठीक है? ज़फ़र भाई पिछले दिनों आप वीडियो बनाई सी, कम अज़ कम महीना को हो गया मेरे ख्याल है। तो इत्थे आप मक्की काश्त की है जिसका सबूत है मेरे हत्थ च है। ये मैनू दसो भी आप DAP भी लगाई, खर्चा भी किया, लगवाई मजदूरी, ट्रैक्टर का खर्चा, इन्ने पैसे भरन के बावजूद ये की मसला होया है भी ये अपन वाहनी पै गई है? बी 2 नंबर निकला, बी 2 नंबर निकला है। दोस्तों जिस तरीके मैं कह रहा सी भी नाम कंपनियां का होंदा है ते विच जिहड़ी है ना पैकिंग ये लोकल बीज की कर लेंदे ने, इस तरीके होया ज़फ़र भाई? हाँ, जर्मिनेशन बड़ी घाट हैगी है। अच्छा, तकरीबन 55-60% हैगी है। अच्छा 60%, मतलब 40% जम्मी ही नहीं। हाँ जी। ਤੇ ਇਹ ਆਪਾਂ ਉਹਨਾਂ ਨਾਲ ਗੱਲ ਕੀਤੀ ਕੰਪਨੀ ਵਾਲਿਆਂ ਨਾਲ? ਇਹ ਉਹਨਾਂ ਨਾਲ ਕੀਤੀ ਹੈ ਮੈਂ। ਅੱਛਾ, ਤੇ ਉਹ ਆਏ ਨੂੰ ਚੈੱਕ ਕਰ ਗਏ ਨੇ। ਅੱਛਾ, ਤੇ ਉਹਨਾਂ ਨਾਲ ਗੱਲਬਾਤ ਚੱਲਦੀ ਪਈ ਤੇ ਮੈਂ ਕਿ ਦੁਬਾਰਾ ਲਾਣੇ ਨੂੰ ਲੇਟ ਕੇ ਆਇਆ, ਮੈਨੂੰ ਉਡੀਕਣਾ ਸਹੀ ਹੈ। ਉਹ ਤੋਂ ਬਾਅਦ ਦਾ ਮਾਮਲਾ ਹੈ ਵੀ ਉਹਨਾਂ ਨਾਲ ਤੇ ਗੱਲ ਸੀ। ਹਾਂ, ਅੱਛਾ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਆਪਾਂ ਬੀ ਲਗਾਇਆ ਸੀ ਕਿਸ ਕੰਪਨੀ ਦੇ ਨਾਂ ਤੇ ਲਗਾਇਆ ਸੀ? 6317 ਸਾਡੀ ਕਾਲਜ ਦਾ। 6317 मतलब भी उस एक थैले ਦੇ ਪੈਸੇ ਕਿੰਨੇ ਭਰੇ ਸਨ ਆਪਾਂ? ਉਹਦਾ ਆਪਾਂ 13,000 ਰੁਪਏ। 13,000। ਇਹ 6 ਕਿੱਲੇ ਦੀ ਲਾਈਨ ਹੈ? ਇਹ 5 ਕਿੱਲੇ ਦੀ। 13 5 75, 13 5 65। ਅੱਛਾ 65,000 ਰੁਪਇਆ ਇਹ ਆਪਣਾ ਗਿਆ।
ਤੇ ਨਾਲ ਉੱਤੇ ਦਵਾਈ ਜਿਹੜੀ ਸੀ ਟ੍ਰੀਟਮੈਂਟ ਉਹ ਵੀ ਗਈ। ਉਹ ਵੀ ਗਈ। ਲਗਵਾਈ ਕਿੰਨੀ ਹੈਗੀ ਸੀ? 1800 ਰੁਪਏ ਕਿੱਲੇ ਕਿੱਲੇ ਦਾ? ਅੱਛਾ, ਉਹ ਵੀ ਗਿਆ। ਇਹ ਖਰਚਾ ਟਰੈਕਟਰ ਦਾ ਵੀ ਗਿਆ? 2 ਡੀਜ਼ਲ ਨਾਲ ਪਾਣੀ ਲਾਇਆ ਉਹ ਵੀ ਗਿਆ। ਉਹ ਵੀ ਗਏ। ਅੱਛਾ, ਹੁਣ ਮੇਰਾ ਇਹ ਮੈਨੂੰ ਦੱਸੋ ਵੀ ਇਹ 2 ਨੰਬਰੀ ਜਿਹੜੇ ਕਰਦੇ ਹੈਗੇ ਨੇ, ਹਾਂਜੀ। ਇਹਨਾਂ ਨੂੰ ਪਤਾ ਨਹੀਂ ਹੁੰਦਾ ਦੁਕਾਨਦਾਰਾਂ ਨੂੰ? ਜਾਂ ਨਹੀਂ ਹੁੰਦਾ ਹੈ, ਜਿਹੜਾ ਵੀ 2 ਨੰਬਰੀ ਕਰਦਾ ਹੈ ਉਹਨੂੰ ਇਲਮ ਹੁੰਦਾ ਹੈ। ਮਸਲਨ ਦੁਕਾਨਦਾਰ ਖੁਦ ਡਿਮਾਂਡ ਕਰਦਾ ਹੈ ਹਾਂ, ਕਿ ਮੈਨੂੰ ਸਸਤੀ ਚੀਜ਼ ਮਿਲ ਜਾਏ। ਅੱਛਾ, ਲੇਕਿਨ ਚਲੋ 2 ਨੰਬਰੀ ਕਰਨ, ਬੇਸਿਕ ਚੀਜ਼ਾਂ ਤੇ ਨਾ ਕਰਨ। ਸਹੀ ਬਾਤ ਹੈ। ਖਾਸ ਵੀ ਖਾਸ ਤੌਰ ਤੇ ਵੀ ਸੀਡ ਹੈ, ਸੀਡ ਹੈ, ਵੀ ਇਹਦੇ ਤੇ ਸਾਰਾ ਦਾਰੋਮਦਾਰ ਹੈ। ਬੇਸ਼ੱਕ ਸਹੀ ਬਾਤ ਹੈ। ਵੀ ਉੱਤੇ ਸਪਰੇਅ ਤੇ ਚਲੋ ਹੋ ਜਾਵੇ ਤੇ ਇੱਕ ਨਾ ਸਹੀ ਹੋਇਆ ਤੇ ਦੂਜਾ ਠੀਕ ਹੋ ਗਿਆ, ਹਾਂ। ਤੀਜਾ ਠੀਕ ਹੋ ਗਿਆ। ਸਹੀ, ਵੀ ਥੈਲੀ ਨਾ ਠੀਕ ਹੈ ਤਾਂ ਆਪਾਂ ਦੂਜੀ ਤੀਜੀ ਪਾ ਦੇ, ਕਿਸੇ ਹੋਰ ਕੰਪਨੀ ਦੀ ਪਾ ਲੈਣਾ। ਆਪਣੇ ਕੋਲ ਚਾਂਸ ਮਿਲ ਜਾਂਦਾ। ਲੇਕਿਨ ਸੀਡ ਹੀ ਅਗਰ 2 ਨੰਬਰ ਹੈ ਤੇ ਫਿਰ ਚਾਂਸ ਕੋਈ ਨਹੀਂ, ਜ਼ੀਰੋ। ਇਹ ਹੁਣ ਜਿਸ ਤਰੀਕੇ ਇੱਕ ਤਾਂ ਆਪਾਂ ਨੂੰ ਮਤਲਬ ਟਾਈਮ ਗੁਜ਼ਰ ਗਿਆ, ਇਹ ਮਹੀਨਾ ਲੇਟ ਹੋ ਗਈ ਮਜ਼ੀਦ। ਆਪ ਇਹਦਾ ਵੀ ਹੁਣ ਲੇਕਿਨ ਇਹ ਸੋਚਿਆ ਹੈ ਵਿਦਾਈਆਂ ਨਾਲ ਬਿਹਤਰ ਹੈ, ਵਿਦਾਈ ਵੀ ਕੋਈ ਪਤਾ ਵੀ ਜਿਹੜਾ ਹੈ। ਹਾਂ, ਸਹੀ ਹੈ। ਤੇ ਬਹੁਤ ਹੀ ਦੁੱਖ ਹੋਇਆ ਹੈ ਤੇ ਅਫਸੋਸ ਹੋਇਆ ਮੈਨੂੰ ਜਦੋਂ ਮੈਂ ਵੇਖਿਆ ਵੀ ਟਰੈਕਟਰ ਚੱਲਾ ਖੜਾ। ਮੈਂ ਬੜਾ ਪਰੇਸ਼ਾਨ ਹੋਇਆ ਵੀ ਇੱਥੇ ਤਾਂ ਮੱਕੀ ਹੈਗੀ ਸੀ ਤੇ ਜ਼ਬਰ ਬਈ ਇਹ ਕੀ ਕੀਤੀ ਜਾਂਦਾ ਹੈ। ਤੇ ਹੁਣ ਪਤਾ ਚੱਲਿਆ ਵੀ ਇਹ ਸੀਡ 2 ਨੰਬਰ ਸੀ। ਤੇ ਮੇਰਾ ਖਿਆਲ ਹੈ ਵੀ ਜਿਹੜੇ ਹੈਗੇ ਆ ਨਾ ਮਸਲਨ ਜਿਹੜੇ ਬਾਕੀ ਪੌਦੇ ਹੈਗੇ ਆ ਜਿਹੜੇ 60% ਜਾਂ 55%, ਹਾਂ, ਉਹਨਾਂ ਦੀ ਜਿਹੜੇ ਮਸਲਨ ਛੋਟੇ ਵੱਡੇ ਹੈਗੇ ਆ, ਜਿਵੇਂ ਹੁਣ ਆ ਹੀ ਹਨ। ਅੱਛਾ, ਆ ਪੌਦਾ ਵੇਖ ਤੇ ਇਹ ਵੇਖ, ਹਾਂ, ਇਹ ਹੈਗਾ ਵੇਖ, ਇਹ ਇਸ ਕਿਸੇ ਦੀ ਵੀ ਨਾਲ ਲੰਬਾਈ ਪੂਰੀ ਨਹੀਂ, ਲੰਬਾਈ ਪੂਰੀ ਨਹੀਂ ਹੈਗੀ। ਅੱਛਾ ਅੱਛਾ, ਇੱਕ ਵੀ ਨਿਸ਼ਾਨੀ ਹੁੰਦੀ ਹੈ 2 ਨੰਬਰੀ ਦੀ, 2 ਨੰਬਰੀ ਦੀ, ਸਹੀ। ਵੀ ਵਿੱਚ ਵੀ ਰਲਾ ਹੁੰਦਾ ਹੈ ਵੀ ਉਹਨਾਂ ਅੱਛਾ। 4 ਪੌਦੇ ਹਨ, ਚੌਂ ਦਾ ਸਾਈਜ਼ ਇੱਕ ਨਹੀਂ ਹੈ। ਸਹੀ, ਹੈ। ਅੱਛਾ ਅੱਛਾ, ਇਹ ਵੇਖੋ ਨਾ, ਮੈਨੂੰ ਲੱਗ ਗਈ ਚੌਂ ਸਮਝ। ਦਾ ਸਾਈਜ਼ ਇੱਕ ਨਹੀਂ ਹੈ। ਸਹੀ, ਵੀ ਸਹੀ ਇਹ ਵੀ ਇਹਦੇ ਵਿੱਚ ਹੁੰਦਾ ਪਹਿਚਾਣ ਹੈ, ਨਿਸ਼ਾਨੀ ਹੈ। ਹੁਣ ਜ਼ਮੀਨ ਤਾਂ ਸਾਰੀ ਇੱਕੋ ਹੀ ਹੈ। ਹਾਂ, ਖਾਦ ਵੀ ਕਿ ਲਗਵਾਈ ਵੀ ਨਾਲ ਵਾ ਪੌਦੇ ਪੱਟੇ ਨੂੰ, ਹਾਂਜੀ, ਇਹ ਵੀ ਕੋਈ ਨਹੀਂ ਵੀ ਆਪਾਂ ਇਹ ਚੁੱਗ ਤੇ ਪੱਟੇ ਨੂੰ ਵੀ ਵੱਡਾ ਛੋਟਾ ਕੀਤਾ। ਸਹੀ ਬਾਤ ਹੈ। ਹਾਂਜੀ, ਵੀ ਸੇਮ ਡੇਟ ਤੇ ਲੱਗੇ ਨੇ, ਇੱਕੇ ਦਿਨ ਲੱਗੇ ਨੇ। ਸਹੀ ਹੈ। ਤੇ ਇਹਨਾਂ ਦੀ ਤਾਂ ਲੰਬਾਈ ਬਰਾਬਰ ਹੋਣੀ ਚਾਹੀਦੀ, ਇੱਕੀ ਟਾਈਮ ਹੋਣੀ ਚਾਹੀਦੀ ਨਾ। ਸਹੀ। ਅਸਲ ਤਾਂ ਨਾ ਹਕੂਮਤ ਜਿਹੜੀ ਹੈ ਉਹ ਵੀ ਬਿਲਾ ਵਜ੍ਹਾ ਲਾਇਸੈਂਸ ਤੋਂ ਲਾਇਸੈਂਸ ਦਿੱਤੀ ਜਾਂਦੀ, ਫਲਾਮ ਵੀ ਜਿੰਦਾ ਦਿਲ ਕਰਦਾ ਸੀਡ ਵੇਚਣ ਲੱਗ ਪੈਂਦਾ ਹੈ। ਕੋਈ ਮਤਲਬ ਚੈੱਕ ਐਂਡ ਬੈਲੈਂਸ ਨਹੀਂ ਹੈਗਾ। ਇਹ ਸਭ ਤੋਂ ਵੱਡੀ ਸਾਡੀ ਹਕੂਮਤ ਦੀ ਨਾਕਾਮੀ ਹੈ। ਮਹਿਕਮੇ ਜ਼ਰਾਤ ਨਜ਼ਰ ਹੀ ਨਹੀਂ ਆਉਂਦਾ। ਅਗਰ ਉਹ ਚੈੱਕ ਐਂਡ ਬੈਲੈਂਸ ਰੱਖਣ, ਕਿਸਾਨ ਤੱਕ ਸੀਡ 1 ਨੰਬਰ ਪਹੁੰਚਾਇਆ ਜਾਵੇ, ਇਹ ਹੱਕ ਲਾਲ ਦੀ ਤਨਖਾਹਾਂ ਲਵਣ, ਤੇ ਮੇਰਾ ਖਿਆਲ ਹੈ ਵੀ ਇਹ ਪਰੇਸ਼ਾਨੀ ਜਿਸ ਤਰੀਕੇ ਤੁਹਾਨੂੰ ਆਈ ਹੈ, ਇਹ ਹੋ ਸਕਦਾ ਆਪਣੇ ਤਰ੍ਹਾਂ ਕਈ ਕਿਸਾਨਾਂ ਨੂੰ ਇਹ ਪਰੇਸ਼ਾਨੀ ਆਈ ਹੋਵੇਗੀ। ਕਿਉਂਕਿ ਤੁਸੀਂ ਤਾਂ ਚਲੋ ਵੀ ਹੁਣ ਥੋੜੀ ਪੁੱਜ ਹੈਗੀ ਹੈ ਤੇ ਇਹਨੂੰ ਦੁਬਾਰਾ ਕਾਸ਼ਤ ਕਰਦੇ ਪਏ ਹੋ ਸਕਦਾ ਜਿਹੜੇ ਪਾਣੀ ਹੱਟ ਤੇ ਸਾਰਾ ਇਹਦੇ ਤੇ ਬਰਡਨ ਪਾਈਏ ਤੇ ਐਂਡ ਤੇ ਦੰਦ ਗੱਡੇ ਤੋਂ ਉਹਦੇ ਨਾਲ ਬਿਹਤਰ ਹੈ ਵੀ ਉਹਨੂੰ ਅੱਜ ਤੁਸੀਂ ਚੇਂਜ ਕਰ ਲਓ। ਹਾਂ, ਤੇ ਅਗਰ ਕੋਈ ਮਾੜਾ ਕਿਸਾਨ ਹੈ ਜਿਹਨੇ ਪਹਿਲੇ ਹੀ ਬੜੀ ਔਖੀ ਸੀਡ ਲਿਆਂਦਾ ਹੈ, ਬੜੀ ਔਖੀ ਖਾਦ ਪਾਈ ਹੈ, ਉਹਦਾ ਮਸਲਾ ਵੀ ਉਹਦੇ ਕੋਲ ਪੈਸੇ ਹੀ ਨਹੀਂ ਰਹਿ ਗਿਆ, ਉਹਨੇ ਤਾਂ ਫਿਰ ਇਹ 4-4 ਟਾਂਡੇ ਜਿਹੜੇ ਨੇ ਜਿੰਨੇ ਵੀ ਹੋ ਗਿਆ, ਖਾਦ 40 ਮਣ ਨਿਕਲੇ, 45 ਨਿਕਲੇ, ਉਹਨੇ ਗੁਜ਼ਾਰਤ ਕਰ ਲੈਣਾ ਹੈ। ਤੇ ਇਹਦਾ ਮੇਰਾ ਖਿਆਲ ਹੈ ਵੀ ਸਾਰਾ ਕਸੂਰ ਮਹਿਕਮੇ ਜ਼ਰਾਇਤ ਦਾ ਹੈ, ਜਿਨ੍ਹਾਂ ਨੇ ਬੇਸ਼ੁਮਾਰ ਲਾਇਸੈਂਸ ਦੇ ਦਿੱਤੇ ਨੇ। ਜਿਹਦਾ ਦਿਲ ਕਰਦਾ ਸੀਡ ਵੇਚੇ, ਜਿਹਦਾ ਦਿਲ ਕਰਦਾ ਖਾਦ ਵੇਚੇ, ਜਿਹਦਾ ਦਿਲ ਕਰਦਾ ਸਪਰੇਅ ਵੇਚੇ। ਜਿਹੜੀ ਖਾਦ ਹੈ ਉਹ ਅੱਗੇ ਰੋਲਾ ਰਹੀ ਹੈ ਤੇ ਹੁਣ ਨਾ ਕਿਸਾਨ ਇਤਾਦ ਦਾ ਕੋਈ ਹੈ ਜ਼ਿਕਰ, ਹਾਂਜੀ, ਨਾ ਡੀਸੀ ਸਾਹਿਬ ਦਾ, ਨਾ ਏਸੀ ਸਾਹਿਬ ਦਾ ਕੋਈ ਜ਼ਿਕਰ ਹੈ। ਸਹੀ, ਵੀ ਖਾਦ ਤਾਂ ਉਹੀ ਉਹਨਾਂ ਡੀਲਰਾਂ ਹਟ ਤੇ ਆਦੀ ਮਨਮਾਨੀ ਕੀਤੀ ਹੈ ਨਾ। ਪਹਿਲੇ ਆਪਾਂ ਉਹਨਾਂ ਆਖਿਆ ਵੀ 100 ਲੀਟਰ ਵੀ ਖਾਦਾ, 100 ਗੱਡਾ ਵੀ, ਐਵੇਂ ਵੀ ਆਪਾਂ ਖਾਦ ਤਾਂ ਉਨੇ ਦੀ ਲੈਂਦੇ ਪਏ। ਲੇਕਿਨ ਵਿੱਚ ਜਿਹੜੇ ਇਹ ਸਾਰੇ ਮਹਿਕਮੇ ਵਾਲੇ ਹਨ ਉਹਨਾਂ ਅਜੇ ਵੀ ਕਮਾਉਂਦੇ ਪਏ। ਹੁਣ ਵੀ 2200 ਮਿਲਦੀ ਪਈ ਹੈ। 2200 ਮੈਂ ਲਿਆਂਦੀ ਹੈ ਪਰਸੋਂ 2250 ਨੂੰ। ਹਾਂ, ਤੇ ਫਿਰ ਹੁਣ ਦੱਸੋ ਵੀ ਗਵਰਨਮੈਂਟ ਦਾ ਕਿੱਥੇ ਗਿਆ ਰੇਟ? ਤੇ ਖਾਦ ਵੀ ਹੁਣ ਆਮ ਪਈ ਹੈ। ਖਾਦ ਵੀ ਆਮ ਪਈ ਹੈ ਵੀ ਨਾਲ ਉਹਨਾਂ ਸ਼ਰਤ ਰੱਖ ਦਿੱਤੀ ਹੈ ਵੀ DAP ਲਓ ਤੇ ਨਾਲ 2 ਯੂਰੀਆ ਲਓ। 2 ਯੂਰੀਆ ਜਾਂ 4? 2 ਯੂਰੀਆ। ਤੇ ਫਿਰ ਰੇਟ ਕਿੰਨਾ? 3 ਹੈਗੀ ਆ ਇਹ ਤੇ ਮੁੜ ਹੁਣ 3 ਹੈ, ਪਹਿਲੇ 4 ਹੈਗੀ ਹੈ ਯੂਰੀਆ। ਅਗਰ ਹੁਣ 3 ਬੋਰੀਆਂ ਯੂਰੀਆ ਲੈਣੇ, 1 DAP ਲੈਣੇ, ਫਿਰ ਗਵਰਨਮੈਂਟ ਦਾ ਰੇਟ ਲੈਂਦੇ ਨੇ? ਫਿਰ ਵੀ 100 ਮਾਰਜਨ ਤਾਂ ਲੈਂਦੇ ਨੇ, ਵਾਧੂ ਲੈਂਦੇ ਨੇ। ਫਿਰ ਵੀ ਮਤਲਬ ਵੀ ਉਹਨਾਂ ਆਪਾਂ ਨੂੰ ਘੁੰਮਣਾ ਹੈ, ਘੁੰਮਣਾ ਹੈ। ਤੇ ਮਹਿਕਮੇ ਦੀ ਤਾਂ ਸਾਰੇ ਹੁਣ ਮਹਿਕਮਾ ਜਿਹੜੇ ਏਸੀ ਹੈ ਉਹਦੀ ਪੂਰੀ ਤਹਿਸੀਲ ਉਹਦੀ ਨਜ਼ਰ ਵਿੱਚ ਹੈ। ਇਹ ਤਾਂ ਕੋਈ ਕੋ ਅਣਜਾਣ ਬੈਠਾ ਬੰਦ ਕਮਰੇ 'ਚ ਬੈਠਾ, ਉਹਨੂੰ ਸਾਰਾ ਪਤਾ ਹੈ। ਉਹਦੇ ਕਮੇਟੀ, ਟਾਊਨ ਕਮੇਟੀ ਸਾਰੇ ਉਹਦੇ
ਜਿਹੜੇ ਅੰਡਰ ਹਨ ਉਹ ਰਿਪੋਰਟ ਨਹੀਂ ਡੇਲੀ ਕਰ ਸਕਦੇ। ਕਰਦੇ ਨੂੰ ਪਤਾ ਹੈ, ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ, ਜਦੋਂ ਆਪਾਂ ਬੋਰੀ ਲਿਆਣਾ ਤਾਂ ਉਹਨਾਂ ਨੂੰ ਕਿਉਂ ਨਹੀਂ ਪਤਾ। ਸਹੀ ਹੋ ਫਰਜ਼ ਕਰੋ ਸਬਜ਼ ਮੰਡੀ ਤੋਂ ਲਿਸਟ ਜਾਰੀ ਕਰ ਦਿੰਦੇ ਨੇ ਜੀ ਅੱਜ ਫਲਾਂ ਫਰੂਟ ਦਾ ਰੇਟ ਹੈ, ਫਲਾਂ ਸਬਜ਼ੀ ਦਾ ਰੇਟ ਹੈ, ਡੇਲੀ ਪਰਚੀਆਂ ਦਿੰਦੇ ਨੇ। ਹਾਂਜੀ ਆ ਰੇੜੀਆਂ ਵਾਲੇ ਭਾਵੇਂ 100 200 ਖੜਾ ਹੁਣ ਡੇਲੀ ਉਹਨਾਂ ਕੋਲ ਲਿਸਟ ਹੁੰਦੀ ਲਿਸਟ ਹੁੰਦੀ ਹੈ, ਲੇਕਿਨ ਲਿਸਟ ਤੇ ਉਹ ਸੌਦਾ ਕੋਈ ਨਹੀਂ ਦਿੰਦੇ। ਪਿੱਛੇ ਇਸ਼ੂ ਹੁੰਦੀ ਹੈ ਏਸੀ ਜਾਂ ਕਮੇਟੀ ਦਿੱਤੀ ਰੂ ਗਵਰਨਮੈਂਟ ਦਿੱਤੀ ਰੂ ਵੀ ਅੱਜ ਤੁਸੀਂ ਇਸ ਰੇਟ ਤੇ ਆ ਚੀਜ਼ ਵੇਚਣੀ ਹੈ। ਸਹੀ ਹੋ ਗਿਆ। ਤੇ ਇਹ ਚੰਦ ਆਈਟਮਾਂ ਜਿਹੜੀਆਂ ਨੂੰ ਇਹ ਬਣਾਉਂਦੀ ਖਬਰ ਚ ਨਹੀਂ ਸਹੀ ਹੈ ਵੀ ਸਭ ਬੈਠੀ ਇਸ ਵਾਸਤੇ ਇਹਨੂੰ ਜ਼ਬਰ ਬਈ ਬਿਲਕੁਲ ਪ੍ਰਾਈਸ ਕੰਟਰੋਲ ਤੇ ਬੈਠੇ ਨੇ ਹਾਂ ਬਿਲਕੁਲ ਤੁਸੀਂ ਬਜਾ ਫਰਮਾ, ਲੇਕਿਨ ਇੱਥੇ ਅਮਲ ਦਰਾਮਦ ਕੋਈ ਨਹੀਂ। ਹੁਣ ਕਿਸਾਨ ਦਾਦ ਵੀ ਸੌਂ ਗਈ ਹੈ। ਨਹੀਂ ਹੁਣ ਸਭ ਸੌ ਗਏ ਨੇ, ਕੋਈ ਮਸਲਾ ਹੀ ਨਹੀਂ ਹੈਗਾ, ਉਹਨਾਂ ਦਾ ਟਾਰਗੇਟ ਪੂਰਾ ਹੋ ਗਿਆ ਨਾ। ਜਿਹੜਾ ਮਸਲਨ ਅਜੇ ਵੀ ਜਿਹੜਾ ਥੋੜਾ ਜਿਹਾ ਪਾਵਰ ਵਿੱਚ ਹੈ, ਜਿੰਦੇ ਕੋਲ ਤਾਕਤ ਹੈ, ਡੀਏਪੀ ਸਾਰਾ ਕੁਝ ਉਹਨੇ ਐਡਵਾਂਸ ਕਰਨਾ, ਉਹਨੂੰ ਤਾਂ ਕੋਈ ਇਸ਼ੂ ਨਹੀਂ। ਸਹੀ ਬਾਤ ਹੈ। ਉਹਨੇ ਚੀਜ਼ ਹੀ ਲੈਣੀ ਹੈ ਜਿੱਲੇ ਉਹਦਾ ਸੀਜ਼ਨ ਆਫ ਹੋਣਾ। ਸਹੀ ਬਾਤ। ਤੇ ਛੋਟੇ ਜ਼ਿਮੀਂਦਾਰ ਤੇ ਹੁਣ ਆਪਾਂ ਇੱਥੇ ਕਿਹੜਾ ਸੀਡ ਬੀਜਣਾ ਹੈ, ਹੁਣ ਤਜਵੀਜ਼ ਦੱਸੋ। ਉਹੋ ਹੀ ਬੀਜਣਾ ਫਿਰ ਜਾਂ ਕਿਸੇ ਹੁਣ ਹੋਰ ਕੰਪਨੀ ਦਾ? ਨਹੀਂ ਕੰਪਨੀ ਉਸੇ ਦੇ ਬੀਜ ਸੇ ਕੰਪਨੀ ਉਸੇ ਤੇ ਬੀਜਾਂਗੇ, ਲੇਕਿਨ ਦੁਕਾਨਦਾਰ ਠੀਕ ਹੈ ਚੇਂਜ ਕਰਾਂਗੇ। ਆਪਾਂ ਤਾਂ ਉਹਦੇ ਨਾਂ ਤੇ ਹੈ ਨਾ ਵੀ ਮਸਲਨ ਫਰਜ਼ ਕਰੋ ਆਪਾਂ ਤਾਂ ਅਗਰ ਨਿਕਾਲਬ ਹੈ ਜਾਂ ਪੈਨੀਅਰ ਹੈ ਉਹਦੇ ਨਾਂ ਤੇ ਆਪਾਂ ਨੂੰ ਦੂਸਰੇ ਜਿਹੜੇ 2 ਨੰਬਰੀ ਕਰਦੇ ਨੇ ਉਹਦੇ ਨਾਂ ਜੈਲੀ ਪੈਕਿੰਗ ਵਿੱਚ ਦਿੱਤਾ ਹੈ ਨਾ, ਮਤਲਬ ਵੀ ਉੱਥੇ ਬਾਹਰ ਦਾ ਨਾ ਬਣਦਾ ਪਿਆ ਹੈ, ਉਹਨੂੰ ਖੁਦ ਲਿਆ ਕੇ ਪੈਕ ਕਰਕੇ ਸੀ ਕੇ ਬੋਰੀਆਂ ਜਾਂ ਤੋੜੇ ਛੋਟੇ ਛੋਟੇ ਬੈਗ ਬਣਾ ਕੇ ਦਿੱਤੀ ਜਾਂਦੇ ਨੇ ਕਿਸਾਨਾਂ ਨੂੰ। ਸਾਰਾ ਕੁਝ ਹੀ ਜਿਹੜਾ ਹੈ ਵੈਸੇ ਪਾਕਿਸਤਾਨ 2 ਨੰਬਰੀ ਤਾਂ ਵਾਧੂ ਹੈ, ਉਸ ਸੇਮ ਪ੍ਰੋਡਕਟ ਬਣਾ ਲੈਂਦੇ। ਚਲੋ ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ, ਆਪਾਂ ਵੀ ਦੁਆ ਕਰਨੇ। ਤੇ ਚਲੋ ਹੁਣ ਬੜਾ ਵਕਤ ਕਰਦੇ ਪਏ ਨੇ, ਮੈਨੂੰ ਅਫਸੋਸ ਹੋਇਆ, ਲੇਕਿਨ ਅਫਸੋਸ ਤੋਂ ਬਗੈਰ ਕੁਝ ਕਰ ਵੀ ਨਹੀਂ ਸਕਨੇ। ਬਾਕੀ ਆਵਾਜ਼ ਆਪਾਂ ਪਹੁੰਚਾਉਂਦੇ ਪਏ ਗੌਰਮੈਂਟ ਤੱਕ, ਤੇ ਖੁਦਾ ਦੇ ਨਾਲ ਮਹਿਕਮੇ ਜ਼ਰਾਤ ਵਾਲਿਓ ਹੱਕ ਲਾਲ ਦੀ ਤਨਖਾਹ ਲਾਓ, ਆਰਾਮ ਨਾ ਖਾਓ। ਤੇ ਇਹ ਵੇਖ ਸਕਦੇ ਹੋ ਵੀ ਜ਼ਮੀਂਦਾਰ ਕਿਸਾਨ ਭਾਈ ਕਿਸ ਤਰੀਕੇ ਔਖੇ ਹੁੰਦੇ ਪਏ ਨੇ। ਤੇ ਹੁਣ ਮੈਂ ਤੁਹਾਡੇ ਸਾਰੇ ਵੀਰ ਭਰਾਵਾਂ ਤੋਂ ਲੈਣਾ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।